ਅਸੀਂ ਹਾਂ ਗਿਆਨ ਦੇ ਦੀਵੇ ਬੁਝਾਉਣਾ ਲੋਚ ਦੇ ਝੱਖੜ। ਅਸੀਂ ਹਾਂ ਗਿਆਨ ਦੇ ਦੀਵੇ ਬੁਝਾਉਣਾ ਲੋਚ ਦੇ ਝੱਖੜ। ਉਦੋਂ ਤੱਕ ਜਗਮਗਾਵਾਂਗੇ ਜਦੋਂ ਤੱਕ ਰਾਤ ਬਾਕੀ ਹੈ। ਉਦੋਂ ਤੱਕ ਜਗਮਗਾਵਾਂਗੇ ਜਦੋਂ ਤੱਕ ਰਾਤ ਬਾਕੀ ਹੈ। ਬਹੁਤ ਹੀ ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਮੈਂ ਸੰਦੀਪ ਸਿੰਘ, ਪੰਜਾਬੀ ਮਾਸਟਰ, ਸਰਕਾਰੀ ਹਾਈ ਸਕੂਲ ਪਿੰਡੀ ਔਲਖ, ਜ਼ਿਲ੍ਹਾ ਅੰਮ੍ਰਿਤਸਰ। ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅੱਜ ਸਾਰਾ ਸੰਸਾਰ ਕਰੋਨਾ ਮਹਾਮਾਰੀ ਦੇ ਸੰਕਟ ਵਿੱਚੋਂ ਲੰਘ ਰਿਹਾ ਹੈ। ਇਸ ਕਰੋਨਾ ਮਹਾਮਾਰੀ ਦੇ ਸੰਕਟ ਵਿੱਚ ਸਿੱਖਿਆ ਵਿਭਾਗ ਦਾ ਆਨਲਾਈਨ ਪੜ੍ਹਾਈ ਕਰਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਮੈਂ ਇਸੇ ਪਰੰਪਰਾ ਨੂੰ ਜਾਰੀ ਰੱਖਦਿਆਂ ਅੱਜ ਤੁਹਾਡੇ ਸਾਹਮਣੇ 6ਵੀਂ ਜਮਾਤ ਦੀ ਇੱਕ ਕਹਾਣੀ ਲੈ ਕੇ ਹਾਜ਼ਰ ਹੋਇਆ ਹਾਂ। ਮੈਨੂੰ ਉਮੀਦ ਹੈ ਤੁਸੀਂ ਇਸ ਕਹਾਣੀ ਨੂੰ ਵਿਦਿਅਕ ਦ੍ਰਿਸ਼ਟੀਕੋਣ ਤੋਂ ਸਮਝਣ ਦੇ ਨਾਲ ਇਸ ਤੋਂ ਜ਼ਿੰਦਗੀ ਵਿੱਚ ਸੇਧ ਵੀ ਪ੍ਰਾਪਤ ਕਰੋਗੇ। ਤਾਂ ਆਓ ਬੱਚਿਓ, ਕਹਾਣੀ ਸ਼ੁਰੂ ਕਰੀਏ। ਬਹੁਤ ਹੀ ਪਿਆਰੇ ਬੱਚਿਓ, ਪਹਿਲਾਂ ਮੈਂ ਤੁਹਾਨੂੰ 2-3 ਸਵਾਲ ਪੁੱਛਾਂਗਾ ਅਤੇ ਫਿਰ ਆਪਾਂ ਉਸ ਤੋਂ ਬਾਅਦ ਕਹਾਣੀ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾ ਸਵਾਲ ਹੈ, ਪਿਆਰੇ ਬੱਚਿਓ, ਤੁਸੀਂ ਸਵੇਰੇ ਕਿਸ ਦੀ ਆਵਾਜ਼ ਸੁਣ ਕੇ ਉੱਠਦੇ ਹੋ? ਇਸ ਦੇ ਤੁਹਾਨੂੰ 4 ਵਿਕਲਪ ਦਿੱਤੇ ਜਾਣਗੇ। ਪਹਿਲਾ ਵਿਕਲਪ ਹੈ ਮਾਂ ਦੀ ਹਾਕ, ਦੂਜਾ ਵਿਕਲਪ ਹੈ ਫੋਨ ਅਲਾਰਮ, ਤੀਜਾ ਵਿਕਲਪ ਹੈ ਟਾਈਮ ਪੀਸ ਅਲਾਰਮ। ਤਾਂ ਇਸ ਸਵਾਲ ਨੂੰ ਹੱਲ ਕਰਨ ਲਈ ਤੁਹਾਨੂੰ 15 ਸੈਕਿੰਡ ਦਾ ਸਮਾਂ ਦਿੱਤਾ ਜਾਂਦਾ ਹੈ। ਵੈਰੀ ਗੁੱਡ, ਸ਼ਾਬਾਸ਼। ਮਾਂ ਦੀ ਹਾਕ ਨਾਲ, ਟਾਈਮ ਪੀਸ ਅਲਾਰਮ ਨਾਲ। ਵੈਰੀ ਗੁੱਡ, ਸ਼ਾਬਾਸ਼। ਤਾਂ ਤੁਸੀਂ ਸਾਰੇ ਅਲੱਗ-ਅਲੱਗ ਤਰੀਕਿਆਂ ਨਾਲ ਉੱਠਦੇ ਹੋ, ਜਿਵੇਂ ਕੋਈ ਮਾਂ ਦੀ ਹਾਕ ਸੁਣ ਕੇ, ਕੋਈ ਫੋਨ ਦਾ ਅਲਾਰਮ ਸੁਣ ਕੇ, ਕੋਈ ਟਾਈਮ ਪੀਸ ਦਾ ਅਲਾਰਮ ਸੁਣ ਕੇ। ਵੈਰੀ ਗੁੱਡ, ਬਹੁਤ ਅੱਛੇ। ਤਾਂ ਅਗਲਾ ਸਵਾਲ ਹੈ, ਪੁਰਾਣੇ ਸਮੇਂ ਵਿੱਚ ਲੋਕ ਕਿਸ ਦੀ ਵਾਂਗ ਨਾਲ ਉੱਠਦੇ ਸੀ? ਇਸ ਦੇ ਤੁਹਾਨੂੰ 4 ਵਿਕਲਪ ਦਿੱਤੇ ਜਾਂਦੇ ਨੇ। ਪਹਿਲਾ ਵਿਕਲਪ ਹੈ ਬੱਤਖ, ਦੂਜਾ ਵਿਕਲਪ ਹੈ ਮੋਰ, ਤੀਜਾ ਵਿਕਲਪ ਹੈ ਮੁਰਗਾ ਅਤੇ ਚੌਥਾ ਅਤੇ ਆਖਰੀ ਵਿਕਲਪ ਹੈ ਮੋਬਾਈਲ ਫੋਨ। ਵੈਰੀ ਗੁੱਡ, ਸ਼ਾਬਾਸ਼। ਇਸ ਦਾ ਸਹੀ ਜਵਾਬ ਹੈ ਮੁਰਗਾ। ਤਾਂ ਆਓ ਅਗਲਾ ਸਵਾਲ ਦੇਖਦੇ ਹਾਂ। ਉਹ ਕਿਹੜੇ ਪੰਛੀ ਹਨ ਜੋ ਘਰਾਂ ਵਿੱਚ ਲੋੜਾਂ ਪੂਰੀਆਂ ਕਰਨ ਲਈ ਪਾਲੇ ਜਾਂਦੇ ਹਨ? ਮੈਂ ਸਵਾਲ ਦੁਹਰਾਉਣਾ, ਉਹ ਕਿਹੜੇ ਪੰਛੀ ਹਨ ਜੋ ਘਰਾਂ ਵਿੱਚ ਲੋੜਾਂ ਪੂਰੀਆਂ ਕਰਨ ਲਈ ਪਾਲੇ ਜਾਂਦੇ ਹਨ? ਵੈਰੀ ਗੁੱਡ, ਮੁਰਗਾ, ਮੁਰਗੀ, ਸ਼ਾਬਾਸ਼। ਵੈਰੀ ਗੁੱਡ, ਸ਼ਾਬਾਸ਼। ਤਾਂ ਆਓ ਅਗਲਾ ਸਵਾਲ ਦੇਖਦੇ ਹਾਂ ਫਿਰ। ਮੁਰਗੀਆਂ ਤੋਂ ਅਸੀਂ ਕੀ ਪ੍ਰਾਪਤ ਕਰਦੇ ਹਾਂ? ਸ਼ਾਬਾਸ਼। ਮੁਰਗੀਆਂ ਤੋਂ ਅਸੀਂ ਅੰਡੇ ਪ੍ਰਾਪਤ ਕਰਦੇ ਹਾਂ। ਵੈਰੀ ਗੁੱਡ, ਸ਼ਾਬਾਸ਼। ਬਹੁਤ ਸਿਆਣੇ ਬੱਚੇ। ਤਾਂ ਫਿਰ ਆਓ ਅੱਜ ਆਪਾਂ ਫਿਰ ਮੁਰਗੀ ਬਾਰੇ ਹੀ ਕਹਾਣੀ ਪੜ੍ਹ ਲੈਂਦੇ ਹਾਂ। ਤਾਂ ਫਿਰ ਕਰੀਏ ਸ਼ੁਰੂ ਬੱਚਿਓ। ਪਿਆਰੇ ਬੱਚਿਓ, ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਦਿਨ ਰਾਤ ਮਿਹਨਤ ਕਰਦਾ, ਪਰ ਉਸਦੇ ਘਰ ਦੀ ਆਰਥਿਕ ਹਾਲਤ ਮਾੜੀ ਹੀ ਬਣੀ ਰਹਿੰਦੀ ਸੀ। ਪੈਸਿਆਂ ਦੀ ਕਮੀ ਹੋਣ ਕਰਕੇ ਉਹਨਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ ਅਤੇ ਇਸੇ ਕਰਕੇ ਵਿਚਾਰਾ ਕਿਸਾਨ ਬਹੁਤ ਪਰੇਸ਼ਾਨ ਰਹਿੰਦਾ ਸੀ। ਆਪਣੇ ਘਰ ਦੀ ਹਾਲਤ ਸੁਧਾਰਨ ਲਈ ਇੱਕ ਦਿਨ ਉਹ ਸ਼ਹਿਰੋਂ ਕੁਝ ਮੁਰਗੀਆਂ ਖਰੀਦ ਕੇ ਲੈ ਆਇਆ।
ਤਾਂ ਜੋ ਉਹ ਮੁਰਗੀਆਂ ਦੇ ਅੰਡੇ ਵੇਚ ਕੇ ਪੈਸੇ ਕਮਾ ਸਕੇ। ਬੱਚਿਓ, ਉਹਨਾਂ ਮੁਰਗੀਆਂ ਨੇ ਜਦੋਂ ਆਂਡੇ ਦਿੱਤੇ ਤਾਂ ਕਿਸਾਨ ਕੀ ਦੇਖਦਾ ਹੈ ਕਿ ਉਹਨਾਂ ਵਿੱਚੋਂ ਇੱਕ ਮੁਰਗੀ ਦੇ ਆਂਡੇ ਸੋਨੇ ਦੇ ਸਨ। ਮੁਰਗੀ ਦੇ ਸੋਨੇ ਦੇ ਆਂਡੇ ਦੇਖ ਕੇ ਕਿਸਾਨ ਅਤੇ ਉਸ ਦੀ ਪਤਨੀ ਬਹੁਤ ਖੁਸ਼ ਹੋਏ। ਤਾਂ ਪਿਆਰੇ ਬੱਚਿਓ, ਇਸ ਤਰ੍ਹਾਂ ਉਹ ਮੁਰਗੀ ਹਰ ਰੋਜ਼ ਸੋਨੇ ਦਾ ਇੱਕ ਆਂਡਾ ਦੇਣ ਲੱਗੀ, ਜਿਸ ਨੂੰ ਵੇਚ ਕੇ ਕਿਸਾਨ ਦਿਨ ਪ੍ਰਤੀ ਦਿਨ ਅਮੀਰ ਹੁੰਦਾ ਗਿਆ। ਪਰ ਨਾਲ ਹੀ ਇਉਂ ਵੀ ਹੋਇਆ, ਹੁਣ ਉਸਨੇ ਮਿਹਨਤ ਕਰਨੀ ਛੱਡ ਦਿੱਤੀ ਅਤੇ ਉਹ ਹੋਰ ਵੱਧ ਅਮੀਰ ਹੋਣ ਬਾਰੇ ਸੋਚਣ ਲੱਗਿਆ। ਤਾਂ ਬੱਚਿਓ, ਮੈਂ ਤੁਹਾਨੂੰ ਇੱਥੇ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਨੂੰ ਮੁਫਤ ਵਿੱਚ ਕੋਈ ਚੀਜ਼ ਹਰ ਰੋਜ਼ ਮਿਲਦੀ ਹੋਵੇ ਤਾਂ ਕੀ ਤੁਸੀਂ ਮਿਹਨਤ ਕਰੋਗੇ? ਹਾਂ, ਬਿਲਕੁਲ ਸਹੀ ਜਵਾਬ ਬੇਟਾ। ਜੇਕਰ ਸਾਨੂੰ ਮੁਫਤ ਵਿੱਚ ਕੋਈ ਚੀਜ਼ ਮਿਲੇ ਤਾਂ ਅਸੀਂ ਮਿਹਨਤ ਕਰਨੀ ਛੱਡ ਦਿੰਦੇ ਹਾਂ। ਬਿਲਕੁਲ ਇਸੇ ਤਰ੍ਹਾਂ ਉਸ ਕਿਸਾਨ ਨੇ ਵੀ ਕੀਤਾ। ਹੁਣ ਉਹ ਬਿਨਾਂ ਮਿਹਨਤ ਕੀਤਿਆਂ ਇੱਕਦਮ ਅਮੀਰ ਹੋਣ ਦੇ ਸੁਪਨੇ ਵੇਖਣ ਲੱਗ ਪਿਆ। ਬੱਚਿਓ, ਕਿਸਾਨ ਦੇ ਮਨ ਵਿੱਚ ਸੋਨੇ ਦੇ ਆਂਡਿਆਂ ਦਾ ਲਾਲਚ ਭਰ ਗਿਆ ਸੀ। ਉਸਨੇ ਇੱਕ ਦਿਨ ਸੋਚਿਆ ਕਿ ਜੇਕਰ ਮੁਰਗੀ ਹਰ ਰੋਜ਼ ਸੋਨੇ ਦਾ ਇੱਕ ਆਂਡਾ ਦਿੰਦੀ ਹੈ ਤਾਂ ਉਸਦੇ ਪੇਟ ਵਿੱਚ ਬਹੁਤ ਸਾਰੇ ਸੋਨੇ ਦੇ ਆਂਡੇ ਹੋਣਗੇ। ਉਹ ਇੱਕ ਵਾਰ ਵਿੱਚ ਹੀ ਮੁਰਗੀ ਦੇ ਪੇਟ ਵਿੱਚੋਂ ਸਾਰੇ ਸੋਨੇ ਦੇ ਆਂਡੇ ਕੱਢਣ ਬਾਰੇ ਸੋਚਣ ਲੱਗਿਆ, ਜਿਸ ਨਾਲ ਉਹ ਕਰੋੜਪਤੀ ਬਣ ਜਾਵੇਗਾ। ਬੱਚਿਓ, ਕਿਸਾਨ ਨੇ ਇੱਕ ਦਿਨ ਲਾਲਚ ਵਿੱਚ ਆ ਕੇ ਮੁਰਗੀ ਨੂੰ ਪਕੜ ਲਿਆ ਤੇ ਚਾਕੂ ਨਾਲ ਉਸਦਾ ਪੇਟ ਚੀਰ ਦਿੱਤਾ। ਇਸ ਤਰ੍ਹਾਂ ਵਿਚਾਰੀ ਮੁਰਗੀ ਮਰ ਗਈ ਅਤੇ ਕਿਸਾਨ ਨੇ ਹਰ ਰੋਜ਼ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਨੂੰ ਹੱਥੋਂ ਗਵਾ ਲਿਆ। ਉਸਨੇ ਸੋਚਿਆ ਸੀ ਕਿ ਮੁਰਗੀ ਦੇ ਪੇਟ ਵਿੱਚੋਂ ਬਹੁਤ ਸਾਰੇ ਸੋਨੇ ਦੇ ਆਂਡੇ ਨਿਕਲਣਗੇ, ਪਰ ਖੂਨ ਤੋਂ ਇਲਾਵਾ ਹੋਰ ਕੁਝ ਨਾ ਨਿਕਲਿਆ। ਹੁਣ ਕਿਸਾਨ ਬਹੁਤ ਪਛਤਾ ਰਿਹਾ ਸੀ, ਕਿਉਂਕਿ ਵੇਲਾ ਹੱਥੋਂ ਨਿਕਲ ਚੁੱਕਾ ਸੀ। ਹੁਣ ਉਸ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਾ ਰਿਹਾ। ਸੋ ਬੱਚਿਓ, ਇਸ ਕਹਾਣੀ ਨੂੰ ਪੜ੍ਹ ਕੇ ਸਾਨੂੰ ਕੀ ਸਿੱਖਿਆ ਮਿਲਦੀ ਹੈ? ਜੀ ਹਾਂ, ਬਿਲਕੁਲ, ਸ਼ਾਬਾਸ਼। ਇਸ ਕਹਾਣੀ ਨੂੰ ਪੜ੍ਹ ਕੇ ਸਾਨੂੰ ਸਿੱਖਿਆ ਮਿਲਦੀ ਹੈ ਕਿ ਲਾਲਚ ਇੱਕ ਬੁਰੀ ਬਲਾ ਹੈ। ਸਾਨੂੰ ਲਾਲਚ ਵਿੱਚ ਨਹੀਂ ਆਉਣਾ ਚਾਹੀਦਾ। ਲਾਲਚ ਕਰਨ ਨਾਲ ਮਨੁੱਖ ਆਪਣੀਆਂ ਮੁੱਲਵਾਨ ਚੀਜ਼ਾਂ ਗਵਾ ਲੈਂਦਾ ਹੈ। ਇਸ ਕਰਕੇ ਸਾਨੂੰ ਆਪਣੇ ਕੋਲ ਜੋ ਵੀ ਚੀਜ਼ ਹੈ ਉਸ ਵਿੱਚ ਸਬਰ ਕਰਨਾ ਚਾਹੀਦਾ ਹੈ, ਕਿਉਂਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ। ਬੱਚਿਓ, ਅਸੀਂ ਹੁਣ ਜੋ ਕਹਾਣੀ ਪੜ੍ਹੀ ਹੈ, ਕੀ ਤੁਹਾਨੂੰ ਸਮਝ ਆ ਗਈ ਹੈ? ਸ਼ਾਬਾਸ਼, ਵੈਰੀ ਗੁੱਡ, ਬਹੁਤ ਅੱਛੇ। ਤਾਂ ਆਓ ਬੱਚਿਓ, ਇਸ ਕਹਾਣੀ ਨਾਲ ਸੰਬੰਧਿਤ ਕੁਝ ਸਵਾਲ ਜਵਾਬ ਕਰਦੇ ਹਾਂ। ਸਵਾਲ ਬੋਲਣ ਤੋਂ ਬਾਅਦ ਜਵਾਬ ਦੇਣ ਲਈ ਤੁਹਾਨੂੰ 15 ਸੈਕਿੰਡ ਦਾ ਸਮਾਂ ਦਿੱਤਾ ਜਾਵੇਗਾ ਅਤੇ ਨਾਲ ਹੀ 3 ਵਿਕਲਪ ਵੀ ਦਿੱਤੇ ਜਾਣਗੇ। ਇਹਨਾਂ ਵਿਕਲਪਾਂ ਵਿੱਚੋਂ ਕੋਈ ਇੱਕ ਠੀਕ ਵਿਕਲਪ ਚੁਣ ਕੇ ਤੁਸੀਂ ਸਹੀ ਜਵਾਬ ਦੇਣਾ ਹੋਵੇਗਾ। ਤਾਂ ਬੱਚਿਓ, ਪਹਿਲਾ ਸਵਾਲ ਹੈ, ਅਸੀਂ ਜਿਹੜੀ ਕਹਾਣੀ ਪੜ੍ਹੀ ਹੈ ਉਸ ਦਾ ਨਾਂ ਸੋਨੇ ਦਾ ਆਂਡਾ ਦੇਣ ਵਾਲੀ ਡੈਸ਼ ਹੈ। ਇਸ ਦਾ ਪਹਿਲਾ ਵਿਕਲਪ ਹੈ ਬੱਤਖ, ਦੂਸਰਾ ਵਿਕਲਪ ਹੈ ਮੁਰਗੀ ਅਤੇ ਤੀਸਰਾ ਵਿਕਲਪ ਹੈ ਮੋਰਨੀ। ਜੀ ਹਾਂ, ਬਿਲਕੁਲ ਸਹੀ ਜਵਾਬ। ਇਸ ਦਾ ਸਹੀ ਉੱਤਰ ਹੈ ਮੁਰਗੀ। ਤਾਂ ਅਗਲਾ ਸਵਾਲ, ਕਿਸਾਨ ਦੇ ਘਰ ਦੀ ਆਰਥਿਕ ਹਾਲਤ ਕਿਹੋ ਜਿਹੀ ਸੀ? ਇਸ ਦਾ ਪਹਿਲਾ ਵਿਕਲਪ ਹੈ ਮਾੜੀ, ਦੂਜਾ ਵਿਕਲਪ ਹੈ ਚੰਗੀ ਅਤੇ ਤੀਜਾ ਵਿਕਲਪ ਹੈ ਵਧੀਆ।
ਜੀ ਹਾਂ, ਬਿਲਕੁਲ ਸਹੀ ਜਵਾਬ, ਸ਼ਾਬਾਸ਼। ਇਹਦਾ ਸਹੀ ਉੱਤਰ ਹੈ ਮਾੜੀ। ਕਿਸਾਨ ਦੇ ਘਰ ਦੀ ਆਰਥਿਕ ਹਾਲਤ ਸੀ ਜਿਹੜੀ ਉਹ ਬਹੁਤ ਮਾੜੀ ਸੀ। ਤਾਂ ਅਗਲਾ ਸਵਾਲ ਹੈ, ਕਿਸਾਨ ਨੇ ਜਦੋਂ ਇੱਕ ਦਿਨ ਮੁਰਗੀਆਂ ਲਿਆਂਦੀਆਂ ਤਾਂ ਉਹਨਾਂ ਵਿੱਚੋਂ ਇੱਕ ਮੁਰਗੀ ਨੇ ਸੋਨੇ ਦਾ ਆਂਡਾ ਦਿੱਤਾ। ਇਹ ਤੁਸੀਂ ਦੱਸਣਾ ਬੱਚਿਓ ਕਿ ਇਹ ਸਹੀ ਹੈ ਜਾਂ ਗਲਤ। ਬਿਲਕੁਲ ਸ਼ਾਬਾਸ਼ ਬੱਚੇ, ਇਹ ਬਿਲਕੁਲ ਸਹੀ ਹੈ। ਕਿਸਾਨ ਨੇ ਜਦੋਂ ਇੱਕ ਦਿਨ ਮੁਰਗੀਆਂ ਲਿਆਂਦੀਆਂ ਤਾਂ ਉਹਨਾਂ ਵਿੱਚੋਂ ਇੱਕ ਮੁਰਗੀ ਨੇ ਸੋਨੇ ਦਾ ਆਂਡਾ ਦਿੱਤਾ। ਤਾਂ ਅਗਲਾ ਸਵਾਲ ਹੈ, ਮੁਰਗੀ ਦੇ ਸੋਨੇ ਦੇ ਆਂਡੇ ਵੇਚ ਕੇ ਕਿਸਾਨ ਨੂੰ ਕੀ ਲਾਭ ਹੋਇਆ। ਇਹਦਾ ਪਹਿਲਾ ਵਿਕਲਪ ਹੈ ਕਿਸਾਨ ਬਹੁਤ ਗਰੀਬ ਹੋ ਗਿਆ। ਦੂਸਰਾ ਵਿਕਲਪ ਹੈ ਕਿਸਾਨ ਬਹੁਤ ਅਮੀਰ ਹੋ ਗਿਆ। ਤੀਸਰਾ ਵਿਕਲਪ ਹੈ ਕਿਸਾਨ ਬਹੁਤ ਕਮਜ਼ੋਰ ਹੋ ਗਿਆ। ਬਿਲਕੁਲ ਸਹੀ ਜਵਾਬ, ਵੈਰੀ ਗੁੱਡ, ਸ਼ਾਬਾਸ਼। ਮੁਰਗੀ ਦੇ ਸੋਨੇ ਦੇ ਆਂਡੇ ਵੇਚ ਕੇ ਕਿਸਾਨ ਬਹੁਤ ਅਮੀਰ ਹੋ ਗਿਆ। ਵੈਰੀ ਗੁੱਡ, ਸ਼ਾਬਾਸ਼। ਤਾਂ ਅਗਲਾ ਸਵਾਲ ਹੈ, ਕਿਸਾਨ ਨੇ ਸੋਚਿਆ ਕਿ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਦੇ ਪੇਟ ਵਿੱਚ ਬਹੁਤ ਸਾਰੇ ਡੈਸ਼ ਹੋਣਗੇ। ਪਹਿਲਾ ਵਿਕਲਪ ਹੈ ਸੋਨੇ ਦੇ ਚੂਚੇ। ਦੂਸਰਾ ਵਿਕਲਪ ਹੈ ਸੋਨੇ ਦੀਆਂ ਹੱਡੀਆਂ। ਤੀਸਰਾ ਵਿਕਲਪ ਹੈ ਸੋਨੇ ਦੇ ਆਂਡੇ। ਜੀ ਬਿਲकुल सही जवाब बच्चों। इसका सही उत्तर है सोने दे आंडे। किसान ने जदों सोचा कि सोने दा आंडा देण वाली मुर्गी दे पेट विच बहुत सारे सोने दे आंडे होणगे। ਤਾਂ अगला सवाल है, लालच विच आके किसान ने की कीता। इसका पहला विकल्प है उसने मुर्गी दा पेट चीर दिता। दूसरा विकल्प है उसने मुर्गी की गर्दन वढ़ दिती। तीसरा विकल्प है उसने मुर्गी नूं वेच दिता। ਤਾਂ ਬੱਚਿਓ ਬਿਲਕੁਲ ਸਹੀ ਜਵਾਬ, ਉਸਨੇ ਮੁਰਗੀ ਦਾ ਪੇਟ ਚੀਰ ਦਿੱਤਾ। ਅਗਲਾ ਸਵਾਲ ਹੈ, ਮੁਰਗੀ ਦੇ ਪੇਟ ਵਿੱਚੋਂ ਕੀ ਨਿਕਲਿਆ। ਨੰਬਰ 1 ਵਿਕਲਪ ਹੈ ਚੂਚੇ। ਨੰਬਰ 2 ਆਂਡੇ। ਨੰਬਰ 3 ਵਿਕਲਪ ਹੈ ਖੂਨ। शाबाश, वेरी गुड। मुर्गी दे पेट विचों खून निकलिया। ਤਾਂ ਬੱਚਿਓ ਕਹਾਣੀ ਦੇ ਅਖੀਰ ਤੇ ਮੈਂ ਤੁਹਾਨੂੰ ਕੁਝ ਸਵਾਲ ਪੁੱਛਣੇ ਚਾਹੁੰਦਾ ਹਾਂ। ਅਗਰ ਕਿਸਾਨ ਮਿਹਨਤ ਕਰਦਾ ਰਹਿੰਦਾ ਤਾਂ ਕੀ ਹੁੰਦਾ। ਮੈਂ ਸਵਾਲ ਦੁਹਰਾ ਦਿੰਦਾ, ਅਗਰ ਕਿਸਾਨ ਮਿਹਨਤ ਕਰਦਾ ਰਹਿੰਦਾ ਤਾਂ ਕੀ ਹੁੰਦਾ।
ਨੰਬਰ 2 ਸਵਾਲ, ਕਿਸਾਨ ਅਗਰ ਲਾਲਚ ਨਾ ਕਰਦਾ ਤਾਂ ਕੀ ਹੋਣਾ ਸੀ? ਕਿਸਾਨ ਅਗਰ ਲਾਲਚ ਨਾ ਕਰਦਾ ਤਾਂ ਕੀ ਹੋਣਾ ਸੀ? ਸਵਾਲ ਨੰਬਰ 3, ਤੁਹਾਨੂੰ ਕਿਸਾਨ ਕਿਹੋ ਜਿਹਾ ਆਦਮੀ ਲੱਗਿਆ? ਸਵਾਲ ਨੰਬਰ 3, ਤੁਹਾਨੂੰ ਕਿਸਾਨ ਕਿਹੋ ਜਿਹਾ ਆਦਮੀ ਲੱਗਿਆ? ਸਵਾਲ ਨੰਬਰ 4, ਕਿਸਾਨ ਨੂੰ ਮੁਰਗੀ ਨਾਲ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਸੀ? ਸਵਾਲ ਨੰਬਰ 4, ਕਿਸਾਨ ਨੂੰ ਮੁਰਗੀ ਨਾਲ ਕਿਹੋ ਜਿਹਾ ਵਿਹਾਰ ਕਰਨਾ ਚਾਹੀਦਾ ਸੀ? ਅਗਰ ਤੁਸੀਂ ਕਿਸਾਨ ਦੀ ਥਾਂ ਹੁੰਦੇ ਤਾਂ ਕੀ ਕਰਦੇ? ਸਵਾਲ ਨੰਬਰ 5, ਅਗਰ ਤੁਸੀਂ ਕਿਸਾਨ ਦੀ ਥਾਂ ਹੁੰਦੇ ਤਾਂ ਤੁਸੀਂ ਕੀ ਕਰਦੇ? ਬੱਚਿਓ, ਮੈਨੂੰ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਤਾਂ ਤੁਸੀਂ ਇੱਕ ਕੰਮ ਕਰਨਾ ਹੈ, ਇਸ ਕਹਾਣੀ ਨੂੰ ਇੱਥੇ ਹੀ ਪੜ੍ਹ ਕੇ ਨਹੀਂ ਛੱਡਣਾ। ਸਕੂਲ ਖੁੱਲ੍ਹਣ 'ਤੇ ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਕਹਾਣੀ ਦੀਆਂ ਕਿਤਾਬਾਂ ਲੈ ਕੇ ਪੜ੍ਹਨੀਆਂ ਹਨ ਅਤੇ ਆਪਣੇ ਟੀਚਰ ਸਾਹਿਬਾਨ ਨਾਲ ਉਹਨਾਂ ਬਾਰੇ ਗੱਲਬਾਤ ਜ਼ਰੂਰ ਕਰਨੀ ਹੈ। ਤਾਂ ਆਓ ਬੱਚਿਓ, ਹੁਣ ਇਸ ਕਹਾਣੀ ਦੀ ਦੁਹਰਾਈ ਕਰਦੇ ਹਾਂ। ਪਿਆਰੇ ਬੱਚਿਓ, ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ। ਉਹ ਦਿਨ ਰਾਤ ਮਿਹਨਤ ਕਰਦਾ, ਪਰ ਉਸਦੇ ਘਰ ਦੀ ਆਰਥਿਕ ਹਾਲਤ ਮਾੜੀ ਹੀ ਬਣੀ ਰਹਿੰਦੀ ਸੀ। ਪੈਸਿਆਂ ਦੀ ਕਮੀ ਹੋਣ ਕਰਕੇ ਉਹਨਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ ਅਤੇ ਇਸੇ ਕਰਕੇ ਵਿਚਾਰਾ ਕਿਸਾਨ ਬਹੁਤ ਪਰੇਸ਼ਾਨ ਰਹਿੰਦਾ ਸੀ। ਆਪਣੇ ਘਰ ਦੀ ਹਾਲਤ ਸੁਧਾਰਨ ਲਈ ਇੱਕ ਦਿਨ ਉਹ ਸ਼ਹਿਰੋਂ ਕੁਝ ਮੁਰਗੀਆਂ ਖਰੀਦ ਕੇ ਲੈ ਆਇਆ ਤਾਂ ਜੋ ਉਹ ਮੁਰਗੀਆਂ ਦੇ ਅੰਡੇ ਵੇਚ ਕੇ ਪੈਸੇ ਕਮਾ ਸਕੇ। ਬੱਚਿਓ, ਉਹਨਾਂ ਮੁਰਗੀਆਂ ਨੇ ਜਦੋਂ ਆਂਡੇ ਦਿੱਤੇ ਤਾਂ ਕਿਸਾਨ ਕੀ ਦੇਖਦਾ ਹੈ ਕਿ ਉਹਨਾਂ ਵਿੱਚੋਂ ਇੱਕ ਮੁਰਗੀ ਦੇ ਆਂਡੇ ਸੋਨੇ ਦੇ ਸਨ। ਮੁਰਗੀ ਦੇ ਸੋਨੇ ਦੇ ਆਂਡੇ ਦੇਖ ਕੇ ਕਿਸਾਨ ਅਤੇ ਉਸਦੀ ਪਤਨੀ ਬਹੁਤ ਖੁਸ਼ ਹੋਏ। ਤਾਂ ਪਿਆਰੇ ਬੱਚਿਓ, ਇਸ ਤਰ੍ਹਾਂ ਉਹ ਮੁਰਗੀ ਹਰ ਰੋਜ਼ ਸੋਨੇ ਦਾ ਇੱਕ ਆਂਡਾ ਦੇਣ ਲੱਗੀ, ਜਿਸ ਨੂੰ ਵੇਚ ਕੇ ਕਿਸਾਨ ਦਿਨ ਪ੍ਰਤੀ ਦਿਨ ਅਮੀਰ ਹੁੰਦਾ ਗਿਆ। ਪਰ ਨਾਲ ਹੀ ਇਉਂ ਵੀ ਹੋਇਆ, ਹੁਣ ਉਸਨੇ ਮਿਹਨਤ ਕਰਨੀ ਛੱਡ ਦਿੱਤੀ ਅਤੇ ਉਹ ਹੋਰ ਵੱਧ ਅਮੀਰ ਹੋਣ ਬਾਰੇ ਸੋਚਣ ਲੱਗਿਆ। ਤਾਂ ਬੱਚਿਓ, ਮੈਂ ਤੁਹਾਨੂੰ ਇੱਥੇ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਨੂੰ ਮੁਫਤ ਵਿੱਚ ਕੋਈ ਚੀਜ਼ ਹਰ ਰੋਜ਼ ਮਿਲਦੀ ਹੋਵੇ ਤਾਂ ਕੀ ਤੁਸੀਂ ਮਿਹਨਤ ਕਰੋਗੇ? ਹਾਂ, ਬਿਲਕੁਲ ਸਹੀ ਜਵਾਬ ਬੇਟਾ। ਜੇਕਰ ਸਾਨੂੰ ਮੁਫਤ ਵਿੱਚ ਕੋਈ ਚੀਜ਼ ਮਿਲੇ ਤਾਂ ਅਸੀਂ ਮਿਹਨਤ ਕਰਨੀ ਛੱਡ ਦਿੰਦੇ ਹਾਂ। ਬਿਲਕੁਲ ਇਸੇ ਤਰ੍ਹਾਂ ਉਸ ਕਿਸਾਨ ਨੇ ਵੀ ਕੀਤਾ। ਹੁਣ ਉਹ ਬਿਨਾਂ ਮਿਹਨਤ ਕੀਤਿਆਂ ਇੱਕਦਮ ਅਮੀਰ ਹੋਣ ਦੇ ਸੁਪਨੇ ਵੇਖਣ ਲੱਗ ਪਿਆ। ਬੱਚਿਓ, ਕਿਸਾਨ ਦੇ ਮਨ ਵਿੱਚ ਸੋਨੇ ਦੇ ਆਂਡਿਆਂ ਦਾ ਲਾਲਚ ਭਰ ਗਿਆ ਸੀ। ਉਸਨੇ ਇੱਕ ਦਿਨ ਸੋਚਿਆ ਕਿ ਜੇਕਰ ਮੁਰਗੀ ਹਰ ਰੋਜ਼ ਸੋਨੇ ਦਾ ਇੱਕ ਆਂਡਾ ਦਿੰਦੀ ਹੈ ਤਾਂ ਉਸਦੇ ਪੇਟ ਵਿੱਚ ਬਹੁਤ ਸਾਰੇ ਸੋਨੇ ਦੇ ਆਂਡੇ ਹੋਣਗੇ। ਉਹ ਇੱਕ ਵਾਰ ਵਿੱਚ ਹੀ ਮੁਰਗੀ ਦੇ ਪੇਟ ਵਿੱਚੋਂ ਸਾਰੇ ਸੋਨੇ ਦੇ ਆਂਡੇ ਕੱਢਣ ਬਾਰੇ ਸੋਚਣ ਲੱਗਿਆ, ਜਿਸ ਨਾਲ ਉਹ ਕਰੋੜਪਤੀ ਬਣ ਜਾਵੇਗਾ। ਬੱਚਿਓ, ਕਿਸਾਨ ਨੇ ਇੱਕ ਦਿਨ ਲਾਲਚ ਵਿੱਚ ਆ ਕੇ ਮੁਰਗੀ ਨੂੰ ਪਕੜ ਲਿਆ ਤੇ ਚਾਕੂ ਨਾਲ ਉਸਦਾ ਪੇਟ ਚੀਰ ਦਿੱਤਾ। ਇਸ ਤਰ੍ਹਾਂ ਵਿਚਾਰੀ ਮੁਰਗੀ ਮਰ ਗਈ
ਅਤੇ ਕਿਸਾਨ ਨੇ ਹਰ ਰੋਜ਼ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਨੂੰ ਹੱਥੋਂ ਗਵਾ ਲਿਆ। ਉਸਨੇ ਸੋਚਿਆ ਸੀ ਕਿ ਮੁਰਗੀ ਦੇ ਪੇਟ ਵਿੱਚੋਂ ਬਹੁਤ ਸਾਰੇ ਸੋਨੇ ਦੇ ਆਂਡੇ ਨਿਕਲਣਗੇ, ਪਰ ਖੂਨ ਤੋਂ ਇਲਾਵਾ ਹੋਰ ਕੁਝ ਨਾ ਨਿਕਲਿਆ। ਹੁਣ ਕਿਸਾਨ ਬਹੁਤ ਪਛਤਾ ਰਿਹਾ ਸੀ, ਕਿਉਂਕਿ ਵੇਲਾ ਹੱਥੋਂ ਨਿਕਲ ਚੁੱਕਾ ਸੀ। ਹੁਣ ਉਸ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਾ ਰਿਹਾ। ਸੋ ਬੱਚਿਓ, ਇਸ ਕਹਾਣੀ ਨੂੰ ਪੜ੍ਹ ਕੇ ਸਾਨੂੰ ਕੀ ਸਿੱਖਿਆ ਮਿਲਦੀ ਹੈ? ਜੀ ਹਾਂ, ਬਿਲਕੁਲ, ਸ਼ਾਬਾਸ਼। ਇਸ ਕਹਾਣੀ ਨੂੰ ਪੜ੍ਹ ਕੇ ਸਾਨੂੰ ਸਿੱਖਿਆ ਮਿਲਦੀ ਹੈ ਕਿ ਲਾਲਚ ਇੱਕ ਬੁਰੀ ਬਲਾ ਹੈ। ਸਾਨੂੰ ਲਾਲਚ ਵਿੱਚ ਨਹੀਂ ਆਉਣਾ ਚਾਹੀਦਾ। ਲਾਲਚ ਕਰਨ ਨਾਲ ਮਨੁੱਖ ਆਪਣੀਆਂ ਮੁੱਲਵਾਨ ਚੀਜ਼ਾਂ ਗਵਾ ਲੈਂਦਾ ਹੈ। ਇਸ ਕਰਕੇ ਸਾਨੂੰ ਆਪਣੇ ਕੋਲ ਜੋ ਵੀ ਚੀਜ਼ ਹੈ ਉਸ ਵਿੱਚ ਸਬਰ ਕਰਨਾ ਚਾਹੀਦਾ ਹੈ, ਕਿਉਂਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ।